ਸਤਿ ਸ਼੍ਰੀ ਅਕਾਲ ਦੋਸਤੋ। ਸਭ ਤੋਂ ਪਹਿਲਾਂ ਫੇਸਬੁੱਕ ਦੇ ਮਾਧਿਅਮ ਰਾਹੀਂ ਜੁੜੇ ਸਾਰੇ ਹੀ ਸਰੋਤਿਆਂ ਦਾ ਮੇਰੇ ਵੱਲੋਂ ਮੇਰੀ ਪੂਰੀ ਟੀਮ ਵੱਲੋਂ ਤਹਿ ਦਿਲੋਂ ਸਵਾਗਤ ਹੈ ਜੀ। ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ। ਮਹਾਰਾਜ ਕਰੇ, ਵਾਹਿਗੁਰੂ ਕਰੇ ਇਹ ਸਾਲ ਤੁਹਾਡੇ ਲਈ ਖੁਸ਼ੀਆਂ ਭਰਿਆ, ਚੰਗੀ ਸਿਹਤ ਵਾਲਾ, ਤਰੱਕੀ ਭਰਿਆ ਹੋਵੇ। ਵਾਹਿਗੁਰੂ ਤੁਹਾਡੇ ਸੁਪਨੇ ਸਾਕਾਰ ਕਰੇ, ਮਿਹਨਤ ਕਰਨ ਦਾ ਬਲ ਬਖਸ਼ੇ, ਦਸਾਂ ਨੌਹਾਂ ਦੀ ਕਿਰਤ ਕਰਨ ਦਾ ਬਲ ਬਖਸ਼ੇ। ਤੁਸੀਂ ਮਾੜੇ ਚੀਜ਼ਾਂ ਤੋਂ, ਮਾੜੀਆਂ ਵਹਿਬਤਾਂ ਤੋਂ, ਨਸ਼ਿਆਂ ਤੋਂ, ਹੋਰ ਸਭ ਮਾੜੀਆਂ ਚੀਜ਼ਾਂ ਤੋਂ ਸਾਡੇ ਯੰਗਸਟਰ ਨੂੰ, ਸਾਡੇ ਯੂਥ ਨੂੰ ਇਹਨਾਂ ਸਭ ਚੀਜ਼ਾਂ ਤੋਂ ਵਾਹਿਗੁਰੂ ਦੂਰ ਕਰੇ, ਬਲ ਬਖਸ਼ੇ ਤੁਹਾਨੂੰ ਕਿ ਤੁਸੀਂ ਚੰਗੀ ਜ਼ਿੰਦਗੀ ਜਿਉਂ ਸਕੋ। ਅਗਲਾ ਸੁਨੇਹਾ 10 ਜਨਵਰੀ ਮੋਗਾ ਆਫਿਸ ਬੈਠੂੰਗਾ ਸਵੇਰੇ 10 ਵਜੇ ਤੋਂ ਲੈ ਕੇ 1 ਵਜੇ ਤੱਕ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਣ ਦੇ ਲਈ। ਦਿਨ ਵੀਰਵਾਰ, ਤਰੀਕ 10 ਆ, ਆਉਂਦੀ 10 ਤਰੀਕ, ਸਵੇਰੇ 10 ਵਜੇ ਤੋਂ ਲੈ ਕੇ 1 ਵਜੇ ਤੱਕ ਮੋਗਾ ਆਫਿਸ ਬੱਸ ਸਟੈਂਡ ਦੇ ਬਿਲਕੁਲ ਨਜ਼ਦੀਕ। ਆਪਦੇ ਡਾਕੂਮੈਂਟਸ ਜ਼ਰੂਰ ਨਾਲ ਲੈ ਕੇ ਆਇਓ। ਦੋਸਤੋ, ਜਿਹੜੀ ਅਗਲੀ ਗੱਲ ਕਰਨ ਲੱਗਿਆ ਉਹਨੂੰ ਬੜੇ ਹੀ ਧਿਆਨ ਨਾਲ ਸੁਣਿਓ। ਖਾਸ ਕਰਕੇ ਮੇਰੇ ਵਿਦਿਆਰਥੀ ਵੀਰ ਜਿਹੜੇ ਕੈਨੇਡਾ 'ਚ ਪੜ੍ਹ ਰਹੇ ਨੇ ਜਾਂ ਪੜ੍ਹਨ ਜਾਣਾ। ਮੇਰੀ ਹਮੇਸ਼ਾ ਹੀ ਕੋਸ਼ਿਸ਼ ਹੁੰਦੀ ਆ ਕਿ ਮੈਂ ਜੋ ਵੀ ਵਾਪਰ ਰਿਹਾ ਹੁੰਦਾ ਕੈਨੇਡਾ ਦੇ ਵਿੱਚ, ਖਾਸ ਕਰਕੇ ਕੈਨੇਡਾ ਦੇ ਵਿੱਚ, ਮੈਂ ਬੜੇ ਹੀ ਸਾਫ਼ ਅਤੇ ਸਪਸ਼ਟ ਸ਼ਬਦਾਂ ਦੇ ਵਿੱਚ ਤੁਹਾਨੂੰ ਦੱਸਦਾ। ਉਹਦੇ ਨਾਲ ਕਿਤੇ ਨਾ ਕਿਤੇ ਕਈ ਵਾਰੀ ਮੈਨੂੰ ਮੈਸੇਜ ਵਿੱਚ ਲੋਕ ਇਹ ਵੀ ਕਰ ਦਿੰਦੇ ਆ ਕਿ ਤੁਸੀਂ ਸਰ ਬੱਚਿਆਂ ਨੂੰ ਕਿਉਂ ਡਰਾਈ ਜਾਂਦੇ ਆ। ਤਾਂ ਮੈਨੂੰ ਬੜੇ ਹੀ ਉਹ ਜਿਹੜੇ ਮੈਸੇਜ ਹੁੰਦੇ ਆ ਕਈ ਵਾਰੀ ਡਿਸਟਰਬ ਵੀ ਕਰਦੇ ਆ ਕਿ ਸ਼ਾਇਦ ਲੋਕ ਜਲਦੀ ਰਿਸਪੌਂਡ ਕਰਦੇ ਆ, ਸੁਣਦੇ ਨਹੀਂ ਧਿਆਨ ਦੇ ਨਾਲ। ਹਾਲਾਂਕਿ ਉਹ ਡਰਾਉਣ ਵਾਲੇ ਮੈਸੇਜ ਨਹੀਂ ਹੁੰਦੇ, ਉਹ ਸੁਚੇਤ ਕਰਨ ਵਾਲੇ ਮੈਸੇਜ ਹੁੰਦੇ ਆ। ਕਿਉਂਕਿ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋਂ ਤੁਸੀਂ ਵੀਜ਼ਾ ਲਵਾ ਕੇ, ਚਾਹੇ ਕਿਸੇ ਵੀ XYZ ਕਿਸੇ ਵੀ ਕੰਪਨੀ ਤੋਂ ਤੁਸੀਂ ਵੀਜ਼ਾ ਲਵਾ ਕੇ ਕੈਨੇਡਾ ਪਹੁੰਚਦੇ ਹੋ, ਕੈਨੇਡਾ ਪਹੁੰਚਣ ਤੋਂ ਬਾਅਦ ਆਪਾਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਤਾਂ ਜੋ ਸਾਡੀ, ਜਿਵੇਂ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਵੀਜ਼ਾ ਲੱਗਣ 'ਤੇ ਗੱਲ ਖਤਮ ਨਹੀਂ ਹੁੰਦੀ, ਸ਼ੁਰੂ ਹੁੰਦੀ ਆ। ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਉੱਥੇ ਜਿਹੜੀ ਤੁਹਾਡੀ ਜ਼ਿੰਦਗੀ ਆ ਉਹ ਤੁਸੀਂ ਮੈਕਸੀਮਮ ਟਾਈਮ ਜਾਂ ਮੈਕਸੀਮਮ ਜੋ ਤੁਸੀਂ ਅੱਗੇ ਤੁਹਾਨੂੰ ਪ੍ਰੋਬਲਮਸ ਫੇਸ ਕਰਨੀਆਂ ਪੈਣੀਆਂ ਨੇ ਉਹ ਤੁਸੀਂ ਆਪਦੇ ਆਪ ਸੌਟ ਆਊਟ ਕਰਨੀਆਂ ਨੇ। ਕਿਉਂਕਿ ਰਿਲੇਟਿਵਸ ਤੋਂ ਦੂਰ ਹੁੰਦੇ ਹੋ, ਮਾਂ ਪਿਓ ਤੋਂ ਦੂਰ ਹੁੰਦੇ ਹੋ, ਉਹ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਅਸੀਂ ਉੱਥੇ ਪਹੁੰਚਣਾ ਹੁੰਦਾ। ਹੁਣ ਮੈਂ ਗੱਲ ਕਰਨ ਲੱਗਿਆ ਕਿ 17 ਸਟੂਡੈਂਟ ਫੇਲ ਕੀਤੇ ਨੇ। ACC ਕਾਲਜ ਆ ਵਿਨੀਪੈਗ ਦੇ ਨਾਲ, ਇੱਕ ਸ਼ਹਿਰ ਆ ਛੋਟਾ ਜਿਹਾ ਬਰੈਂਡਨ, ਨੌਰਥ ਵਾਲੀ ਸਾਈਡ ਨੂੰ। ਜੇ 2 ਘੰਟੇ ਆਪਾਂ ਤੁਰ ਜਾਈਏ ਕਾਰ 'ਤੇ ਤਾਂ ਇੱਕ ਬਰੈਂਡਨ ਸ਼ਹਿਰ ਆਉਂਦਾ। ਸਿਨੇਬਿਕ ਕਮਿਊਨਿਟੀ ਕਾਲਜ ਦੇ ਨਾਂ ਹੇਠ ਉਹ ਕਾਲਜ ਆ, ਗੌਰਮੈਂਟ ਏਡਡ ਕਾਲਜ ਆ, SDS ਦੇ ਅੰਡਰ ਆ। 17 ਸਟੂਡੈਂਟ ਫੇਲ ਕਰ ਦਿੱਤੇ ਗਏ। ਮੈਕਸੀਮਮ ਸਟੂਡੈਂਟ ਆਪਣੀ ਕੰਪਨੀ ਨਾਲ, ਸਾਡੇ ਨਾਲ ਕਿਸੇ ਨਾ ਕਿਸੇ ਡਾਇਰੈਕਟ ਇਨਡਾਇਰੈਕਟ ਵੇ ਦੇ ਨਾਲ ਸੰਬੰਧਿਤ ਸੀ। ਜਦੋਂ ਅਸੀਂ ਉਹਨਾਂ ਨੂੰ ਮਿਲੇ, ਪੁੱਛਿਆ ਗਿਆ, ਸਟੂਡੈਂਟਸ ਤੋਂ ਇਹ ਚੀਜ਼ ਪੁੱਛੀ ਗਈ ਵੀ ਕੀ ਕਾਰਨ ਕੀ ਬਣਿਆ, ਕਿਉਂ ਤੁਹਾਨੂੰ ਲੱਗਿਆ ਵੀ ਤੁਸੀਂ ਫੇਲ ਹੋਏ, ਤੁਸੀਂ ਪੜ੍ਹੇ ਨਹੀਂ, ਤੁਸੀਂ ਪ੍ਰੋਪਰਲੀ ਪਰਫਾਰਮ ਨਹੀਂ ਕੀਤਾ। ਤਾਂ ਜੋ ਮੈਨੂੰ ਗੱਲ ਸੁਣਨ ਨੂੰ ਮਿਲੀ ਉਹ ਇਹ ਮਿਲੀ ਆ ਕਿ ਜਿਹੜੇ ਉੱਥੋਂ ਦੇ ਟੀਚਰਸ ਨੇ ਉਹ ਰੇਸਿਸਟ ਨੇ, ਉਹ ਸਾਨੂੰ ਚੰਗਾ ਨਹੀਂ ਮੰਨਦੇ। ਹੁਣ ਗੱਲ ਬੜੀ ਸੋਚਣ ਵਾਲੀ ਸੀ ਕਿ ਵੀ ਕਿਉਂ ਨਹੀਂ ਚੰਗਾ ਮੰਨਦੇ। ਦੇਖੋ, ਹਰ ਜਗ੍ਹਾ 'ਤੇ, ਹਰ ਦੂਸਰੀ ਜਗ੍ਹਾ ਜਦੋਂ ਅਸੀਂ ਕਿਸੇ ਕੰਟਰੀ 'ਚ ਜਾਂਦੇ ਹਾਂ, ਸਾਡੇ ਪੰਜਾਬੀਆਂ ਨੇ ਬੜੀ ਤਰੱਕੀ ਕੀਤੀ ਆ, ਵਾਹਿਗੁਰੂ ਦੀ ਕਿਰਪਾ ਉਹਨਾਂ 'ਤੇ। ਵੱਡੀਆਂ ਵੱਡੀਆਂ ਕੰਪਨੀਜ਼, ਵੱਡੇ ਵੱਡੇ ਕਾਰ, ਵੱਡੀਆਂ ਗੱਡੀਆਂ, ਚੰਗੇ ਕੱਪੜੇ, ਵਧੀਆ ਬ੍ਰੈਂਡਸ, ਇਹ ਸਾਰਾ ਕੁਛ ਵਾਹਿਗੁਰੂ ਨੇ ਸਾਡੇ ਹਿੱਸੇ ਦਿੱਤਾ। ਅਸੀਂ ਆਪਦੀ ਜ਼ਿੰਦਗੀ ਨੂੰ ਜੇ ਕਮਾਉਂਦੇ ਹਾਂ ਤਾਂ ਅਸੀਂ ਆਪਦੇ 'ਤੇ ਖਰਚਦੇ ਵੀ ਹਾਂ। ਸਾਡੇ 'ਚ ਸ਼ਮਤਾ ਹੈ ਕਿ ਅਸੀਂ ਮਿਹਨਤ ਕਰਕੇ, ਜੇ ਅਸੀਂ 10 ਘੰਟੇ ਮਿਹਨਤ ਕਰਦੇ ਹਾਂ ਅਤੇ ਜੇ ਅਸੀਂ ਮਿਹਨਤ ਕਰਕੇ ਪੈਸੇ ਕਮਾਉਂਦੇ ਹਾਂ ਤਾਂ ਅਸੀਂ ਜ਼ਿੰਦਗੀ ਨੂੰ ਮਾਣਦੇ ਵੀ ਹਾਂ। ਮਾਣਨ ਦੇ ਲਈ ਸਾਡਾ ਜ਼ਿਆਦਾ ਫੋਕਸ ਹੁੰਦਾ ਚੰਗੇ ਬ੍ਰੈਂਡ ਦੇ ਕੱਪੜੇ ਪਾਉਣੇ, ਜੋ ਚੀਜ਼ਾਂ ਬਹੁਤ ਵਿਜ਼ੀਬਲ ਨੇ ਅਸੀਂ ਉਹਨਾਂ 'ਤੇ ਜ਼ਿਆਦਾ ਪੈਸੇ ਖਰਚਦੇ ਹਾਂ। ਉਹਦੇ ਨਾਲ ਕਿਤੇ ਨਾ ਕਿਤੇ ਜਾ ਕੇ ਦੂਸਰੀ ਕਮਿਊਨਿਟੀਜ਼ ਦੇ ਮਨ ਦੇ ਵਿੱਚ ਇਨਸਿਕਿਉਰਿਟੀ ਵੀ ਆਉਂਦੀ ਆ। ਪਰ ਇਹ ਸਾਰਾ ਕੁਛ ਅਰਸ਼ਦੀਪ ਕੌਰ ਬਿਲਕੁਲ ਸਹੀ ਹੈ ਤੁਹਾਡੀ ਗੱਲ ਨਾਲ, ਮੈਂ ਉਸੇ ਗੱਲ 'ਤੇ ਅੱਗੇ ਆ ਰਿਹਾ। ਤੁਸੀਂ ਪਲੀਜ਼ ਬਸ ਵੀਡੀਓ ਨੂੰ ਫੋਲੋ ਕਰਿਓ, ਸੁਣਦੇ ਰਹੋ। ਅਤੇ ਬਿਲਕੁਲ ਤੁਹਾਡੀ ਗੱਲ ਸਹੀ ਹੈ। ਤੁਸੀਂ ਵਿੱਚ ਮੈਸੇਜ ਪਾਇਆ ਕਿ ਸਾਰੇ ਟੀਚਰਸ ਇੱਕੋ ਜਿਹੇ ਨਹੀਂ, ਕਿ
ਕੁਝ ਇੱਕ ਦੋ ਹੋ ਸਕਦੇ ਨੇ। ਬਿਲਕੁਲ ਤੁਹਾਡੀ ਗੱਲ ਨਾਲ ਮੈਂ ਇਹ ਚੀਜ਼ ਨਾਲ ਸਹਿਮਤ ਹਾਂ। ਮੈਂ ਉਸੇ ਗੱਲ 'ਤੇ ਅੱਗੇ ਆਉਣ ਲੱਗਿਆ। ਗੁੜੀਆ ਅਰਸ਼ਦੀਪ ਉਹ ਕਹਿੰਦੇ ਮੈਂ ਕੈਨੇਡਾ ਤੋਂ ਹਾਂ, ਸਾਰੇ ਟੀਚਰਸ ਰੇਸਿਸਟ ਨਹੀਂ ਹੋ ਸਕਦੇ ਗੇ, ਕੁਝ ਇੱਕ ਦੋ ਹੋਣਗੇ। ਬਿਲਕੁਲ ਤੁਹਾਡੀ ਗੱਲ ਨਾਲ ਮੈਂ 100% ਸਹਿਮਤ ਹਾਂ। ਬਸ ਉਸੇ ਗੱਲ 'ਤੇ ਹੀ ਆ ਰਿਹਾ ਸੀ ਕਿ ਕੀ ਕਾਰਨ ਬਣਿਆ ਕਿ ਜੋ ਸਾਡੇ ਨਾਲ ਟੀਚਰਸ ਜਾਂ ਮੈਨੇਜਮੈਂਟ ਦਾ ਬਿਹੇਵ ਇਸ ਤਰੀਕੇ ਨਾਲ ਹੋਇਆ, ਜੇ ਹੋਇਆ ਤਾਂ 100% ਉਹ ਗਲਤ ਨਹੀਂ ਆ। ਜਿਵੇਂ ਅਰਸ਼ਦੀਪ ਨੇ ਹੁਣੇ ਗੱਲ ਕੀਤੀ ਹੈ ਕਿ ਕੁਝ ਇੱਕ ਦੋ ਹੋ ਸਕਦੇ ਨੇ, ਤਾਂ ਮੈਂ ਇਹ ਕਹੂੰਗਾ ਆਪਾਂ ਜੇ 17 ਸਟੂਡੈਂਟ ਫੇਲ ਹੋਏ ਆ ਤਾਂ ਉਹਨਾਂ ਫੇਲ ਹੋਣ ਦੇ ਪਿੱਛੇ ਸਾਰਾ ਦਾ ਸਾਰਾ ਦੋਸ਼ ਟੀਚਰ ਸਿਰ ਮੜ ਦੇਣਾ ਇਹ ਚੰਗੀ ਗੱਲ ਨਹੀਂ। ਬਸ ਮੈਂ ਜ਼ਿਆਦਾ ਇੰਸਟਰਕਸ਼ਨਸ ਨਾ ਦਿੰਦਾ ਹੋਇਆ 2-4 ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਨੇ, ਉਹਨਾਂ ਦਾ ਆਪਾਂ ਖਾਸ ਧਿਆਨ ਰੱਖਣਾ। ਸਟੂਡੈਂਟ ਵੀਰ ਭੈਣਾਂ ਜਿਹੜੇ ਪੜ੍ਹਨ ਚੱਲੇ ਨੇ ਬੱਚੇ, ਉਹ ਬਸ ਇਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖਿਓ। 2 ਤਰ੍ਹਾਂ ਦੇ ਸਿਸਟਮ ਨੂੰ ਅਸੀਂ ਜਿਨ੍ਹਾਂ ਨਾਲ ਸਾਡਾ ਵਾਹ ਵਾਸਤਾ ਪੈਂਦਾ ਉੱਥੇ ਜਾ ਕੇ, ਉਹ 2 ਤਰ੍ਹਾਂ ਦਾ ਸਿਸਟਮ ਆ। ਪਹਿਲਾ ਸਿਸਟਮ ਆ ਗੌਰਮੈਂਟ ਅਤੇ ਹਾਈ ਲੈਵਲ ਦੇ ਜਿਹੜੇ ਡਿਪਲੋਮੈਟਸ, ਉਹਨਾਂ ਨਾਲ ਜਿਨ੍ਹਾਂ ਨੇ ਇਹ ਧਿਆਨ 'ਚ ਰੱਖਣਾ ਹੈ ਕਿ ਸਾਨੂੰ ਇਮੀਗ੍ਰੈਂਟਸ ਦੀ ਲੋੜ ਆ, ਸਾਨੂੰ ਸਟੂਡੈਂਟਸ ਦੀ ਲੋੜ ਆ। ਕਿਉਂਕਿ ਡਾਇਰੈਕਟ ਰੈਵਨਿਊ ਜਨਰੇਟ ਹੁੰਦਾ। ਉਹਨਾਂ ਦੇ ਵਿੱਚ ਆ ਜਾਂਦੀ ਆ ਗੌਰਮੈਂਟ, ਜਿਨ੍ਹਾਂ ਨੇ $8 ਬਿਲੀਅਨ ਦਾ ਕਾਰੋਬਾਰ ਕੀਤਾ। ਕਾਲਜ ਦੇ ਮਾਲਕ, ਕਾਲਜ ਦੀ ਹਾਇਰ ਅਥਾਰਟੀਜ਼, ਜਿਨ੍ਹਾਂ ਨੂੰ ਡਾਇਰੈਕਟ ਬੈਨੀਫਿਟ ਆ ਕਿਉਂਕਿ ਦੁੱਗਣੀਆਂ ਤਿੱਗਣੀਆਂ ਫੀ ਚਾਰਜ ਕਰਦੇ ਆ ਤੁਹਾਡੇ ਤੋਂ। ਅਤੇ ਦੂਸਰਾ ਸਿਸਟਮ ਆ ਗੌਰਮੈਂਟ ਦੇ ਇੰਪਲੋਈਜ਼, ਜਿਨ੍ਹਾਂ ਨੂੰ ਅਸੀਂ CBSA ਕਹਿ ਸਕਦੇ ਹਾਂ, ਕੈਨੇਡਾ ਬਾਰਡਰ ਸਿਕਿਉਰਿਟੀ ਏਜੰਸੀ, IRCC, ਉੱਥੋਂ ਦੇ ਜਿਹੜੇ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਵਾਲੇ ਜਿਹੜੇ ਹੈਗੇ ਨੇ ਇੰਪਲੋਈਜ਼। ਚੌਥੇ ਉਹ ਲੋਕ ਜਿਹੜੇ ਕਾਲਜ 'ਚ ਤੁਹਾਨੂੰ ਪੜ੍ਹਾਉਂਦੇ ਨੇ, ਜਿਹੜੇ ਕਾਲਜ 'ਚ ਤੁਹਾਨੂੰ ਟੀਚ ਕਰਦੇ ਨੇ, ਉਹਨਾਂ ਨਾਲ ਵੀ ਤੁਹਾਡਾ ਸਿੱਧਾ ਵਾਹ ਵਾਸਤਾ ਪੈਂਦਾ। ਜਿਹੜੇ ਪਹਿਲੇ 2 ਮੈਂ ਦੱਸੇ ਨੇ, ਜਿਹੜੇ ਗੌਰਮੈਂਟ ਹੋ ਗਏ ਜਾਂ ਹਾਇਰ ਅਥਾਰਟੀਜ਼ ਹੋ ਗਈਆਂ, ਡਿਪਲੋਮੈਟਸ ਹੋ ਗਏ, ਉਹਨਾਂ ਨਾਲ ਤੁਹਾਡਾ ਕੋਈ ਡਾਇਰੈਕਟ ਵਾਹ ਵਾਸਤਾ ਨਹੀਂ ਪੈਂਦਾ, ਪਰ ਜ਼ਿਆਦਾ ਰੈਵਨਿਊ ਤੁਹਾਡੇ ਤੋਂ ਉਹ ਜਨਰੇਟ ਕਰਦੇ ਨੇ। ਹੁਣ ਸਾਡਾ ਜਿਹੜਾ ਮੇਨ ਹਰ ਵਕਤ ਦਾ ਵਾਹ ਰਹਿਣਾ, ਉਹ ਸਾਡਾ ਵਾਹ ਰਹਿਣਾ ਮੈਨੇਜਮੈਂਟ ਨਾਲ, ਕਾਲਜ ਦੀ ਨਾ, ਕਾਲਜ ਦੀ ਐਡਮਿਨਿਸਟ੍ਰੇਸ਼ਨਸ ਨਾਲ। ਐਡਮਿਨਿਸਟ੍ਰੇਸ਼ਨ ਜਿਹੜੀ ਆ ਸਰਵਿਸਿਜ਼ ਦਿੰਦੇ ਨੇ ਸਾਨੂੰ, ਐਡਮਿਨ ਆਫਿਸ ਹੋ ਗਿਆ ਜਾਂ ਉੱਥੋਂ ਦੀ ਮੈਨੇਜਮੈਂਟ ਜਿਨ੍ਹਾਂ ਨੂੰ ਅਸੀਂ ਰੋਜ਼ ਜਾ ਕੇ ਮਿਲਦੇ ਹਾਂ। ਅਤੇ ਦੂਸਰੇ ਸਭ ਤੋਂ ਇੰਪੋਰਟੈਂਟ ਟੀਚਰ ਹੋ ਗਏ। ਕੁਝ ਚੀਜ਼ਾਂ ਸਾਨੂੰ ਫੇਸ ਕਰਨੀਆਂ ਪਈਆਂ, ਵੀਡੀਓਜ਼ ਵੀ ਵਾਇਰਲ ਹੋਈਆਂ ਕਿ ਸਾਡੇ ਬੱਚੇ ਜਿਹੜਾ ਕਲਾਸ ਦੇ ਵਿੱਚ ਚੰਗਾ ਬਿਹੇਵ ਨਹੀਂ ਕਰਦੇ ਟੀਚਰਸ ਦੇ ਨਾਲ, ਪੰਜਾਬੀ ਬੋਲਦੇ ਨੇ, ਆਪਸ ਦੇ ਵਿੱਚ ਪੰਜਾਬੀ ਬੋਲ ਕੇ ਹੱਸਦੇ ਨੇ। ਇਹਨਾਂ ਚੀਜ਼ਾਂ ਨੂੰ ਕਿਤੇ ਨਾ ਕਿਤੇ ਆਪਾਂ ਮਾੜਾ ਮੰਨਦੇ ਆ, ਕਿਉਂਕਿ ਜੇ ਕੋਈ ਸਾਡਾ ਟੀਚਰ ਆ ਜਿਹੜਾ ਸਾਡੀ ਭਾਸ਼ਾ ਨੂੰ ਸਮਝ ਨਹੀਂ ਪਾ ਰਿਹਾ, ਅਤੇ ਸਾਡੀ ਕਮਿਊਨਿਟੀ ਉੱਥੇ ਜ਼ਿਆਦਾ, ਅਸੀਂ 25 ਜਾਣੇ ਕਲਾਸ ਦੇ ਵਿੱਚ, 25 ਦੇ 25 ਪੰਜਾਬੀਆਂ, ਅਸੀਂ ਆਪਸ ਦੇ ਵਿੱਚ ਪੰਜਾਬੀ ਬੋਲ ਕੇ ਉੱਚੀ ਉੱਚੀ ਗੱਲਾਂ ਕਰਕੇ ਹੱਸਦੇ ਹਾਂ, ਤਾਂ ਕਿਤੇ ਨਾ ਕਿਤੇ ਉਹ ਇਨਸਲਟਿੰਗ ਹੋ ਜਾਂਦਾ। ਕਿਤੇ ਨਾ ਕਿਤੇ ਜਾ ਕੇ ਸਾਡਾ ਜਿਹੜਾ ਟੀਚਰ ਆ, ਸਾਡਾ ਪ੍ਰੋਫੈਸਰ ਆ, ਸਾਡਾ ਲੈਕਚਰਰ ਆ, ਉਸ ਚੀਜ਼ 'ਚ ਅੰਬੈਰਸਮੈਂਟ ਫੀਲ ਕਰਦਾ ਆ, ਉਹ ਬੇਇੱਜ਼ਤੀ ਫੀਲ ਕਰਦਾ ਆ। ਅਤੇ ਕੁਝ ਗਲਤ ਗੱਲਾਂ ਵੀ ਵੀਡੀਓਜ਼ ਦੇ ਵਿੱਚ ਵੀ ਈਵਨ ਕਿ ਉਹ ਵਾਇਰਲ ਹੋਈਆਂ ਸੀ ਕਿ ਸਟੂਡੈਂਟ ਉਹਨਾਂ ਨੂੰ ਕੁਝ ਗਲਤ ਗੱਲਾਂ ਕਹਿਣ ਦੇ ਲਈ ਕਹਿੰਦੇ ਨੇ। ਜਦੋਂ ਅਸੀਂ ਕੁਝ ਬੋਲਦੇ ਹਾਂ, ਚਾਹੇ ਉਹਨਾਂ ਨੂੰ ਭਾਸ਼ਾ ਸਮਝ ਨਹੀਂ ਆਉਂਦੀ, ਸਾਡੇ ਜੈਸਚਰਸ ਜ਼ਰੂਰ ਸਮਝ ਆਉਂਦੇ ਆ। ਉਹ ਹਰ ਵਕਤ ਸਾਨੂੰ ਪੜ੍ਹਾਉਣ ਵਾਲੇ ਆ, ਸਾਡੇ ਤੋਂ ਵੱਧ ਐਕਸਪੀਰੀਅੰਸਡ ਆ। ਉਹ ਜਦੋਂ ਪੜ੍ਹਾਉਂਦੇ ਆ, ਹਰ ਰੋਜ਼ ਨਵੀਂ ਕਮਿਊਨਿਟੀ ਦੇ ਬੱਚਿਆਂ ਨਾਲ ਡੀਲ ਕਰਦੇ ਆ, ਉਹ ਬੜੇ ਹੀ ਵਧੀਆ ਤਰੀਕੇ ਨਾਲ ਇਹ ਚੀਜ਼ ਨੂੰ ਸਮਝ ਜਾਂਦੇ ਆ ਕਿ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਅਤੇ ਕੀ ਕਰਦੇ ਹੋ, ਭਾਵੇਂ ਤੁਹਾਡੀ ਉਹ ਭਾਸ਼ਾ ਨਹੀਂ ਸਮਝਦੇ। ਕਿਉਂਕਿ ਇਹ ਚੀਜ਼ਾਂ ਮੈਂ ਇਸ ਲਈ ਕਹਿ ਰਿਹਾ ਕਿ ਇਹ ਚੀਜ਼ਾਂ ਅਸੀਂ ਧਿਆਨ 'ਚ ਰੱਖਣੀਆਂ ਨੇ ਕਿ ਜਦੋਂ ਅਸੀਂ ਕਲਾਸ ਦੇ ਵਿੱਚ ਗੱਲ ਕਰਨੀ ਆ ਅਤੇ ਸਾਡੇ ਟੀਚਰ ਨੂੰ ਜੇ ਪੰਜਾਬੀ ਸਮਝ ਨਹੀਂ ਆਉਂਦੀ, ਤਾਂ ਸਾਡਾ ਇਹ ਡਿਊਟੀ ਆ, ਸਾਡੇ ਐਟੀਕੇਟਸ ਦੇ ਵਿੱਚ ਇਹ ਗੱਲ ਆਉਂਦੀ ਆ ਕਿ ਅਸੀਂ ਆਪਸ ਦੇ ਵਿੱਚ ਵੀ ਜਿਹੜੀ ਗੱਲ ਕਰੀਏ, ਇੰਗਲਿਸ਼ ਦੇ ਵਿੱਚ ਗੱਲ ਕਰੀਏ, ਤਾਂ ਜੋ ਸਾਡੇ ਟੀਚਰ ਨੂੰ ਔਕਵਰਡ ਫੀਲਿੰਗ ਨਾ ਆਵੇ। ਆਪਾਂ ਕਲਾਸ ਦੇ ਵਿੱਚ ਬੈਠਣਾ, ਤਾਂ ਕਲਾਸ ਦੇ ਵਿੱਚ ਸਾਡੇ ਲਈ ਸਾਡੇ ਟੀਚਰ ਦੀ ਰਿਸਪੈਕਟ ਆ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਆ। ਕਿਉਂਕਿ ਜੇ ਅਸੀਂ ਇਹ ਚੀਜ਼ਾਂ ਨਹੀਂ ਦਿਖਾਵਾਂਗੇ ਨਾ ਉਹਨਾਂ ਪ੍ਰਤੀ, ਤਾਂ ਉਹਨਾਂ ਦੇ ਗੁੱਸੇ ਦਾ ਸਾਹਮਣਾ ਸਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕਰਨਾ ਹੀ ਪਊਗਾ। 17 ਸਟੂਡੈਂਟ ਫੇਲ ਹੋਏ, 4 ਸਟੂਡੈਂਟ ਪਿਛਲੇ ਕੁਝ ਕੁ ਮਹੀਨਿਆਂ ਦੇ ਵਿੱਚ ਹੀ ਵਿਨੀਪੈਗ ਤੋਂ ਡਿਪੋਰਟ ਹੋਏ। ਇਟ ਮੀਨਸ ਜੇ ਉਹਨਾਂ ਨੂੰ ਸਾਡੇ ਪ੍ਰਤੀ ਆਪਦਾ ਗੁੱਸਾ ਜ਼ਾਹਰ ਕਰਨ ਦਾ ਜਦੋਂ ਵੀ ਮੌਕਾ ਮਿਲਦਾ, ਉਹ ਸਾਡੇ ਪ੍ਰਤੀ ਆਪਦਾ ਗੁੱਸਾ ਜ਼ਾਹਰ ਕਰਨਗੇ, ਪਰ ਉਹ ਕੰਡੇ ਅਸੀਂ ਆਪ ਬੀਜ ਰਹੇ ਹਾਂ। ਕਲਾਸ ਦੇ ਵਿੱਚ ਗਲਤ ਬਿਹੇਵੀਅਰ, ਇਹਨੂੰ ਆਪਾਂ ਧਿਆਨ 'ਚ ਰੱਖਣਾ, ਸਹੀ ਕਰਨਾ। ਹੁਣ ਜਿਹੜੇ ਮੇਰੇ ਵੀਰ ਭਰਾ, ਛੋਟੇ ਵੱਡੇ ਭਰਾ ਦੀ ਇਹ ਰਿਕੁਐਸਟ ਮੰਨਿਓ, ਤੁਸੀਂ ਵਧੀਆ ਤਰੀਕੇ ਦੇ ਨਾਲ ਆਪਾਂ ਉਹਨਾਂ ਨੂੰ ਟਰੀਟ ਕਰਨਾ ਸ਼ੁਰੂ ਕਰੀਏ, ਚੰਗੇ ਤਰੀਕੇ ਦੇ ਨਾਲ ਉਹਨਾਂ ਨੂੰ ਟਰੀਟ ਕਰਨਾ ਸ਼ੁਰੂ ਕਰੀਏ, ਸੋਹਣੇ ਤਰੀਕੇ ਦੇ ਨਾਲ ਉਹਨਾਂ ਨੂੰ ਟਰੀਟ ਕਰੀਏ, ਤਾਂ ਜੋ ਉਹ ਸਾਡੇ ਨਾਲ ਪਿਆਰ ਰੱਖਣ, ਸਾਡੇ ਨਾਲ ਮੋਹ ਰੱਖਣ, ਸਾਡਾ ਸਤਿਕਾਰ ਕਰਨ।
ਤੇ ਸਾਡੇ ਆਉਣ ਵਾਲਾ ਜਿਹੜਾ ਟਾਈਮ, ਸਾਡੇ ਜਿਹੜੇ ਤੁਹਾਡੇ ਛੋਟੇ ਭੈਣ ਭਰਾ ਜਿਨ੍ਹਾਂ ਨੇ ਇੱਥੇ ਜਾਣਾ, ਉਹਨਾਂ ਦੇ ਲਈ ਅਸੀਂ ਕੰਡੇ ਨਾ ਬੀਜੀਏ। ਦੂਸਰੀ ਚੀਜ਼ ਜਿਹੜੀ ਸਭ ਤੋਂ ਇੰਪੋਰਟੈਂਟ ਅਸੀਂ ਧਿਆਨ ਰੱਖਣੀ ਆ, ਉਹ ਇਹ ਰੱਖਣੀ ਆ ਕਿ ਮੈਨੂੰ ਵੀ ਇਹ ਚੀਜ਼ ਫੀਲ ਹੋਈ ਕਿ ਮੈਂ ਦੇਖਿਆ ਕਿ ਮੂਵੀ ਥੀਏਟਰਸ ਦੇ ਵਿੱਚ ਪੰਜਾਬ ਵਾਂਗੂ ਹੂਟਿੰਗ ਸ਼ੁਰੂ ਹੋ ਗਈ। ਮੈਨੂੰ ਹੁਣ ਇਹ ਨਹੀਂ ਪਤਾ ਹੈਗਾ ਕਿ ਉਹ ਸਟੂਡੈਂਟ ਕਰਦੇ ਨੇ, ਉੱਥੋਂ ਦੇ ਜੰਪਲ ਕਰਦੇ ਨੇ ਜਾਂ ਕੌਣ ਕਰਦਾ ਆ, ਪਰ ਨਾ ਸਾਡਾ ਹੀ ਲੱਗਦਾ। ਜੇ ਅਸੀਂ ਕਰਦੇ ਆ ਨਾ ਤਾਂ ਆਪਾਂ ਉਸ ਚੀਜ਼ ਨੂੰ ਬੰਦ ਕਰੀਏ। ਖੁਸ਼ੀ ਮਨਾਉਣੀ ਸਾਡਾ ਹੱਕ ਆ, ਸਾਡਾ ਅਧਿਕਾਰ ਆ, ਜਵਾਨੀ ਆ, ਜੋਸ਼ ਆ, ਪਰ ਹੋਸ਼ੋ ਹਵਾਸ 'ਚ ਰਹਿ ਕੇ ਅਸੀਂ ਉਹ ਸਾਰੀਆਂ ਚੀਜ਼ਾਂ ਨੂੰ ਕੰਟੀਨਿਊ ਕਰਨਾ। ਬੜੀ ਸੋਹਣਾ ਤੁਸੀਂ ਕੰਮ ਕਰ ਰਹੇ ਹੋ, ਬੜੇ ਸੋਹਣੀ ਤੁਸੀਂ ਮਿਹਨਤ ਕਰ ਰਹੇ ਹੋ। ਮੈਂ ਦੇਖ ਕੇ ਆਇਆ ਤੁਹਾਨੂੰ ਉੱਥੇ, ਇੰਨੀ ਮਿਹਨਤ, ਇੰਨਾ ਕੰਮ। ਛੋਟੀਆਂ ਛੋਟੀਆਂ ਸਾਡੀਆਂ ਜਿਹੜੀਆਂ ਗਲਤੀਆਂ ਹੁੰਦੀਆਂ ਨਾ, ਛੋਟੀਆਂ ਛੋਟੀਆਂ ਗਲਤੀਆਂ, ਉਹ ਸਾਡੇ ਲਈ ਨੁਕਸਾਨਦੇਹ ਸਾਬਤ ਹੋ ਜਾਂਦੀਆਂ ਨੇ। ਕਿਉਂ? ਕਿਉਂਕਿ ਜਦੋਂ ਆਪਾਂ ਕਮਿਊਨਿਟੀ 'ਚ ਵਿਚਰਨਾ ਨਾ, ਹੁਣ 100 ਤੋਂ ਉੱਪਰ, 125 ਤੋਂ ਉੱਪਰ ਮੁਲਕਾਂ ਦੇ ਲੋਕ ਰਹਿ ਰਹੇ ਆ ਜਿੱਥੇ ਅਸੀਂ ਗਏ ਹਾਂ, ਇਕੱਲੇ ਤਾਂ ਅਸੀਂ ਹੈ ਨਹੀਂ। ਅਤੇ ਸਾਨੂੰ ਜਦੋਂ ਅਸੀਂ ਸਮਾਜ 'ਚ ਵਿਚਰਨਾ, ਉਸ ਸਮਾਜ 'ਚ ਵਿਚਰਨਾ ਜਿੱਥੇ ਮਲਟੀਕਲਚਰਲ ਆ ਜੋ, ਤਾਂ ਉੱਥੇ ਸਾਨੂੰ ਸੋਚ ਸਮਝ ਕੇ ਵਿਚਰਨਾ ਪਊਗਾ, ਤਾਂ ਜੋ ਅਸੀਂ ਸਾਡੇ ਜਿਹੜੇ ਐਕਸ਼ਨਸ ਹੋਣ ਉਹ ਇੰਨੇ ਕੁ ਚੰਗੇ ਹੋਣ, ਉਹ ਇੰਨੇ ਕੁ ਸਮਝਦਾਰ, ਸੁਲਝੇ ਹੋਏ ਹੋਣ ਕਿ ਸਾਨੂੰ ਦੂਸਰੀਆਂ ਕਮਿਊਨਿਟੀਜ਼ ਲਾਈਕ ਕਰਨ। ਸਾਡਾ ਇੱਕ ਐਕਸ਼ਨ ਆ, ਜੋ ਸਾਡਾ ਇੱਕ ਜ਼ਿੰਦਗੀ ਦਾ ਤਰੀਕਾ ਜਿਉਣ ਦਾ, ਉਹ ਇਹ ਆ ਕਿ ਅਸੀਂ ਬਹੁਤ ਮਿਹਨਤੀ ਹਾਂ। ਉਹਦੇ ਲਈ ਸਾਨੂੰ ਕੈਨੇਡੀਅਨ ਗੌਰਮੈਂਟ ਸਲਿਊਟ ਕਰਦੀ ਆ। ਸਾਨੂੰ ਉਹ ਕਹਿੰਦੀ ਆ ਕਿ ਤੁਸੀਂ ਵੱਧ ਤੋਂ ਵੱਧ ਆਓ। ਕਿਉਂ? ਜਿੰਨਾ ਟੈਕਸੀ ਦਾ ਸਿਸਟਮ ਆ, ਜਿੰਨਾ ਟਰੱਕਿੰਗ ਦਾ ਸਿਸਟਮ ਆ, ਪਰ ਜੇ ਬਰੈਂਪਟਨ GTA ਦੀ ਗੱਲ ਕੀਤੀ ਜਾਵੇ ਤਾਂ ਆਲ ਓਵਰ ਅਸੀਂ ਸਾਰਾ ਸਿਸਟਮ ਟੇਕ ਓਵਰ ਕਰੀ ਬੈਠੇ ਹਾਂ। ਤੁਹਾਡੇ ਕਰਕੇ ਰੌਣਕਾਂ ਨੇ, ਤੁਹਾਡੇ ਕਰਕੇ ਰਸ਼ ਆ, ਚਾਹੇ ਕੋਈ ਟਿਮ ਹਾਰਟਨ ਆ, ਚਾਹੇ ਕੋਈ ਵਾਲਮਾਰਟ ਆ, ਚਾਹੇ ਕੋਈ ਬੈਸਟ ਬਾਏ ਆ, ਚਾਹੇ ਕੋਈ ਸੁਪਰ ਸਟੋਰ ਆ, ਚਾਹੇ ਕੋਈ ਸ਼ੋਪਰਸ ਵਰਲਡ ਆ, ਜਾ ਕੇ ਜਿੱਥੇ ਮੈਂ ਗੱਲ ਕਰਦਾ ਸ਼ੋਪਰਸ ਵਰਲਡ ਦਾ ਕੋਈ ਵੀ ਸਟੋਰ ਲਾ ਲਈਏ, ਜੇ ਉੱਥੇ ਰਸ਼ ਆ, ਉੱਥੇ ਬਿਜ਼ਨਸ ਆ, ਤਾਂ ਸਭ ਤੁਹਾਡੇ ਕਰਕੇ ਚੱਲ ਰਿਹਾ। ਪਰ ਉਹ ਚੀਜ਼ ਸਾਨੂੰ ਸਮਝਣੀ ਪਊਗੀ ਕਿ ਉਹਦਾ ਸੰਬੰਧ ਗੌਰਮੈਂਟ ਨਾਲ ਜਾਂ ਪਰਟੀਕੂਲਰ ਉਸ ਬਿਜ਼ਨਸ ਦੇ ਮਾਲਕ ਨਾਲ ਆ। ਜਿਹੜੀ ਨੋਰਮਲ ਕਮਿਊਨਿਟੀ ਆ, ਉਹਦਾ ਸੰਬੰਧ ਸਾਡੇ ਨਾਲ ਉਦੋਂ ਬਣਦਾ ਹੈ ਜਦੋਂ ਅਸੀਂ ਪਬਲਿਕਲੀ ਵਿਚਰਦੇ ਹਾਂ, ਜਾ ਕੇ ਕਿਸੇ ਸਾਂਝੀ ਥਾਂ 'ਤੇ, ਮੂਵੀ ਦੇ ਵਿੱਚ, ਕਿਸੇ ਸ਼ੋਅ ਦੇ ਵਿੱਚ, ਅਤੇ ਉੱਥੇ ਅਸੀਂ ਕਿਵੇਂ ਬਿਹੇਵ ਕਰਨਾ, ਇਹ ਸਾਡੇ ਲਈ ਬੜਾ ਜ਼ਿਆਦਾ ਇੰਪੋਰਟੈਂਟ ਆ। ਇਹ ਸਾਡੇ ਲਈ ਬੜਾ, ਇਸ ਚੀਜ਼ ਨੂੰ ਸਮਝਣਾ ਸਾਡੇ ਲਈ ਬਹੁਤ, ਇਹ ਸਾਡੀ ਜ਼ਰੂਰਤ ਬਣ ਚੁੱਕਿਆ। ਕਿਉਂਕਿ ਜੇ ਹੁਣ ਥੀਏਟਰ ਦੀ ਗੱਲ ਕੀਤੀ ਜਾਵੇ, ਅਸੀਂ 10 ਜਾਣੇ ਆ, ਉੱਥੇ 100 ਬੰਦੇ ਹੋਰ ਵੀ ਆਪਦੀ ਫੈਮਿਲੀਜ਼ ਦੇ ਨਾਲ ਆਏ ਹੋਏ ਨੇ, ਉਹਨਾਂ ਨੇ ਵੀ ਪੈਸੇ ਦਿੱਤੇ ਨੇ, ਉਹ ਮੂਵੀ ਨੂੰ ਇੰਜੋਏ ਕਰਨ ਦੇ ਲਈ ਆਏ ਹੋਏ ਨੇ। ਜੇ ਅਸੀਂ ਉੱਥੇ ਹੂਟਿੰਗ ਕਰਾਂਗੇ, ਚੀਕਾਂ ਮਾਰਾਂਗੇ, ਤਾਂ ਉਹ ਅਸੀਂ 90 ਹੋਰ ਬੰਦਿਆਂ ਨੂੰ ਵੀ ਡਿਸਟਰਬ ਕਰ ਰਹੇ ਹਾਂ। ਅਤੇ ਸਾਡਾ ਕੋਈ ਹੱਕ ਨਹੀਂ ਬਣਦਾ ਕਿ ਅਸੀਂ ਆਪਦੇ ਚਾਅ ਲਈ, ਆਪਦੀ ਖੁਸ਼ੀ ਦੇ ਲਈ 90 ਉਹਨਾਂ ਬੰਦਿਆਂ ਨੂੰ ਡਿਸਟਰਬ ਕਰੀਏ ਜਿਹੜੇ ਉਸ ਚੀਜ਼ ਦਾ ਪਾਰਟ ਨਹੀਂ ਨੇ, ਅਤੇ ਉਹ ਆਟੋਮੈਟਿਕਲੀ ਹੀ ਸਾਡੇ ਅਗੇਂਸਟ ਹੋਣਗੇ। ਹੁਣ ਜੇ ਪੰਜਾਬੀ ਮੂਵੀ ਦੇਖਣ ਗਏ ਤਾਂ ਟੋਟਲੀ ਸਾਡੀ ਆਪਦੀ ਕਮਿਊਨਿਟੀ ਬੈਠੀ ਹੋ, ਜੇ ਸਾਡੀ ਆਪਦੀ ਕਮਿਊਨਿਟੀ ਆਪਦੀ ਫੈਮਿਲੀਜ਼ ਦੇ ਨਾਲ ਉੱਥੇ ਗਈ ਹੋਈ ਆ, ਤਾਂ ਜੇ ਉਹ ਇਸ ਤਰੀਕੇ ਤੋਂ ਉੱਥੋਂ ਨੈਗੇਟਿਵ, ਤੁਹਾਡੇ ਪ੍ਰਤੀ ਨੈਗੇਟਿਵ ਸੋਚ ਲੈ ਕੇ ਬਾਹਰ ਨਿਕਲ ਰਹੇ ਨੇ, ਜਾਂ ਉਹਨਾਂ ਦੇ ਬੱਚੇ ਜਿਹੜੇ ਕੈਨੇਡੀਅਨ ਬੌਰਨ ਬਰੌਟ ਅਪ ਨੇ, ਉਹ ਇਹ ਚੀਜ਼ ਨੈਗੇਟਿਵ ਸੋਚ ਲੈ ਕੇ ਬਾਹਰ ਨਿਕਲ ਰਹੇ ਨੇ, ਤਾਂ ਕਿਤੇ ਨਾ ਕਿਤੇ ਜਾ ਕੇ ਸਾਡੇ 'ਤੇ ਓਵਰਆਲ ਸਾਡੀ ਇਮੇਜ ਦੇ ਉੱਤੇ ਇੰਪੈਕਟ ਪਊਗਾ। ਅਤੇ ਇਹ ਚੀਜ਼ ਤੁਹਾਨੂੰ ਮੰਨਣੀ ਪਊਗੀ। ਮੈਨੂੰ ਨਹੀਂ ਪਤਾ ਕੋਈ ਹੋਰ ਇਮੀਗ੍ਰੇਸ਼ਨ ਕੰਸਲਟੈਂਟ ਇਸ ਚੀਜ਼ 'ਤੇ ਬੋਲੂਗਾ ਕਿ ਨਹੀਂ ਬੋਲੂਗਾ, ਪਰ ਮੈਂ ਜੋ ਕੁਛ ਵੀ ਵਾਪਰ ਰਿਹਾ, ਮੈਂ ਉਸ ਚੀਜ਼ ਨੂੰ ਹਮੇਸ਼ਾ ਤੁਹਾਡੇ ਮੂਹਰੇ ਰੱਖਦਾ। ਕਿਉਂਕਿ ਜੇ ਉਹ 17 ਜਾਣੇ ਫੇਲ ਹੋਏ ਨੇ, ਮੈਨੂੰ ਪਤਾ ਇਸ ਚੀਜ਼ ਦਾ, ਆਪਾਂ ਜੇ ਟੀਚਰਸ ਨੂੰ ਇਹ ਕਹਿ ਦਈਏ ਅਸੀਂ ਦੋਸ਼ ਦੇਣਾ ਬਹੁਤ ਸੌਖਾ ਆ, ਪਰ ਮੈਂ ਤੁਹਾਨੂੰ ਇਹ ਜ਼ਰੂਰ ਕਹੂੰਗਾ ਵੀ ਜੇ ਉਹ ਸਾਡੇ ਅਗੇਂਸਟ ਹੋਏ ਵੀ ਆ ਨਾ, ਜੇ ਸਾਡੇ ਉਹ ਅਗੇਂਸਟ ਹੋਏ ਵੀ ਆ, ਤਾਂ ਉਹ ਕੰਡੇ ਅਸੀਂ ਆਪ ਬੀਜੇ ਆ। ਤੁਸੀਂ ਨਹੀਂ ਬੀਜੇ, ਤੁਹਾਡੇ ਸੀਨੀਅਰਸ ਨੇ ਬੀਜੇ ਆ। ਸੋ ਮੇਰੀ ਆਪਦੇ ਛੋਟੇ ਭੈਣ ਭਰਾਵਾਂ ਨੂੰ ਸਿਰਫ ਇਹੀ ਬੇਨਤੀ ਆ ਕਿ ਤੁਸੀਂ ਪੜ੍ਹਨ ਜਾਂਦੇ ਹੋ ਕੈਨੇਡਾ, ਤਾਂ ਸਾਡੀ ਰੋਜੀ ਰੋਟੀ ਚੱਲ ਰਹੀ ਆ। ਜਿਹੜਾ ਮੈਂ ਇੱਥੇ ਬੈਠ ਕੇ ਬੋਲ ਰਿਹਾ ਨਾ, ਉਹਦੇ ਪਿੱਛੇ ਕਾਰਨ ਤੁਹਾਨੂੰ ਸਮਝਾਉਣਾ ਤਾਂ ਚਲੋ ਹੈ ਹੀ ਹੈ, ਪਰ ਜਿਹੜਾ ਮੇਜਰ ਉਹਦੇ ਪਿੱਛੇ ਜਿਹੜਾ ਕਾਰਨ ਆ ਨਾ, ਉਹਦੇ ਪਿੱਛੇ ਇਹ ਵੀ ਆ ਕਿ ਮੇਰੀ ਰੋਜ਼ਗਾਰ ਦਾ ਸਾਧਨ, ਜੇ ਕੈਨੇਡਾ ਸਾਡੇ ਤੋਂ ਮੁੱਖ ਮੋੜਦਾ, ਆਸਟ੍ਰੇਲੀਆ ਸਾਡੇ ਤੋਂ ਮੁੱਖ ਮੋੜਦਾ, ਨਿਊਜ਼ੀਲੈਂਡ ਸਾਡੇ ਤੋਂ ਮੂੰਹ ਪਾਸੇ ਕਰਦਾ, ਤਾਂ ਉਹਦਾ ਸਿੱਧਾ ਇੰਪੈਕਟ ਸਾਡੇ 'ਤੇ ਵੀ ਆ, ਸਾਡੀ ਰੋਜੀ ਰੋਟੀ 'ਤੇ ਵੀ ਆ। ਇਸ ਲਈ ਰਲ ਮਿਲ ਕੇ ਆਪਾਂ ਸਾਰਿਆਂ ਨੇ ਚੱਲਣਾ ਆ। ਮੇਰੀ ਸਿਰਫ ਤੁਹਾਨੂੰ ਇਹੀ ਬੇਨਤੀ ਹੈ ਕਿ ਆਪਾਂ ਬੜੇ ਹੀ ਧਿਆਨ ਦੇ ਨਾਲ ਆਪਦੀ ਜੀਵਨ ਦਾ ਸਿਸਟਮ ਜਿਹੜਾ ਸ਼ੁਰੂ ਕਰੀਏ। ਦੇਖੋ ਇੰਨੇ ਉੱਥੇ ਇੰਜੋਏਮੈਂਟ ਦੇ, ਐਂਟਰਟੇਨਮੈਂਟ ਦੇ ਸਾਧਨ ਨੇ। ਜੇ ਤੁਹਾਨੂੰ ਰੌਲਾ ਪਾਉਣ ਵਾਲੀ ਜਗ੍ਹਾ ਚਾਹੀਦੀ ਤਾਂ ਉਹਨਾਂ ਨੇ ਉਹੋ ਜਿਹੀ ਜਗ੍ਹਾ ਬਣਾਈ ਆ ਉੱਥੇ, ਵੀ ਤੁਸੀਂ ਉੱਥੇ ਜਾ ਕੇ ਰੌਲਾ ਪਾ ਲਓ, ਉੱਥੇ ਸਾਰੇ ਲਾਊਡ ਹੋ ਕੇ ਹੀ ਆਉਂਦੇ ਆ।
ਜੇ ਤੁਸੀਂ ਸ਼ਾਂਤ ਚਿੱਤ ਰਹਿਣਾ ਚਾਹੁੰਦੇ ਤਾਂ ਉੱਥੇ ਉਹ ਸ਼ਾਂਤ ਚਿੱਤ ਰਹਿਣ ਵਾਲੀ, ਚੰਗੀ ਸੋਚ ਵਾਲੀ, ਚੰਗੇ ਔਰੇ ਵਾਲੀ ਜਗ੍ਹਾ ਵੀ ਬਣਾਈਆਂ ਨੇ ਉਹਨਾਂ ਨੇ। ਪਰ ਜੇ ਹੁਣ ਆਪਾਂ ਸ਼ਾਂਤ ਔਰੇ ਵਾਲੀ ਜਗ੍ਹਾ 'ਚ ਜਾ ਕੇ ਜੇ ਆਪਾਂ ਚੀਕਾਂ ਮਾਰਾਂਗੇ, ਜਾਂ ਜਿੱਥੇ ਹੋਰ ਕਮਿਊਨਿਟੀ ਜਾਂ ਹੋਰ ਲੋਕ ਵੀ ਬੈਠੇ ਨੇ ਜਿਹੜੇ ਸਾਡੇ ਹਿੱਸੇ ਦਾ, ਸਾਡੇ ਪਾਰਟ ਦਾ ਹਿੱਸਾ ਨਹੀਂ ਨੇ, ਸਾਡੇ ਸਿਸਟਮ ਦਾ, ਸਾਡੀ ਇੰਜੋਇਮੈਂਟ ਦਾ ਹਿੱਸਾ ਨਹੀਂ ਨੇ, ਅਤੇ ਅਸੀਂ ਧੱਕੇ ਨਾਲ ਉਹਨਾਂ ਨੂੰ ਇਨਵੋਲਵ ਕਰਾਂਗੇ ਤਾਂ ਕਿਤੇ ਨਾ ਕਿਤੇ ਜਾ ਕੇ ਇਹ ਵੈਸੇ ਵੀ ਡਿਸਰਿਸਪੈਕਟਫੁਲ ਆ, ਵੈਸੇ ਵੀ ਇਹ ਐਟੀਕੇਟਸ ਦੇ ਅੰਦਰ ਨਹੀਂ ਆਉਂਦਾ। ਸਾਡੇ ਜਿਹੜੇ ਪਾਲਣ ਪੋਸ਼ਣ ਸਾਡੇ ਮਾਂ ਪਿਓ ਨੇ ਜਿਹੜੀ ਚੀਜ਼ ਸਿਖਾਈ ਆ ਉਹਦੇ ਅੰਡਰ ਵੀ ਨਹੀਂ ਆਉਂਦੀ ਇਹ ਚੀਜ਼। ਸੋ ਮੇਰੀ ਵੀਰੋ, ਇਹ ਤੁਹਾਨੂੰ ਬੇਨਤੀ ਆ ਕਿ ਮੇਰੇ ਸਟੂਡੈਂਟ ਵੀਰ ਜਿਹੜਿਆਂ ਨੇ ਪੜ੍ਹਨ ਜਾਣਾ, ਹੁਣ ਪਲੀਜ਼ ਤੁਸੀਂ ਬੜੇ ਹੀ ਧਿਆਨ ਦੇ ਨਾਲ ਇਹਨਾਂ ਚੀਜ਼ਾਂ ਨੂੰ ਆਪਦੇ ਪੱਲੇ ਬੰਨ੍ਹ ਕੇ ਜਾਣਾ ਆ ਕਿ ਆਪਾਂ ਟੀਚਰਸ ਦੀ ਰਿਸਪੈਕਟ ਕਰਨੀ ਆ। ਜਦੋਂ ਆਪਾਂ ਕਲਾਸ 'ਚ ਆਪਸ ਦੇ ਵਿੱਚ ਗੱਲ ਕਰਨੀ ਆ ਨਾ, ਸਾਡੇ ਟੀਚਰ ਨੂੰ ਪੰਜਾਬੀ ਨਹੀਂ ਆਉਂਦੀ ਯਾਰ। ਜਦੋਂ ਆਪਾਂ ਆਪਸ ਦੇ ਵਿੱਚ ਗੱਲ ਕਰਨੀ ਆ ਤਾਂ ਅਸੀਂ ਉੱਥੇ ਇੰਗਲਿਸ਼ ਬੋਲਣੀ ਆ, ਕਿਉਂਕਿ ਉਹ ਜਿੱਥੇ ਜਿਹੜੀ ਕੰਟਰੀ 'ਚ ਤੁਸੀਂ ਪੜ੍ਹਨ ਗਏ ਹੋ ਨਾ, ਉਹ ਇੰਗਲਿਸ਼ ਸਪੀਕਿੰਗ ਆ, ਇੰਗਲਿਸ਼ ਸਪੀਕਿੰਗ ਕੰਟਰੀ ਆ। ਉੱਥੋਂ ਦੀ ਜਿਹੜੀ ਮਾਤ ਭਾਸ਼ਾ ਉਹ ਅੰਗਰੇਜ਼ੀ ਆ, ਅਤੇ ਅਸੀਂ ਉਹਨੂੰ ਹੀ ਫੋਲੋ ਕਰਨਾ ਆ ਜਾ ਕੇ ਉੱਥੇ, ਖਾਸ ਕਰਕੇ ਉਹਨਾਂ ਲੋਕਾਂ ਮੂਹਰੇ ਜਿਹੜੇ ਲੋਕ ਪੰਜਾਬੀ ਨਹੀਂ ਸਮਝ ਪਾਉਂਦੇ। ਕਿਉਂਕਿ ਆਪਾਂ ਗੱਲ ਕਰਕੇ ਆਪਸ ਦੇ ਵਿੱਚ ਹੱਸਦੇ ਹਾਂ, ਤੀਸਰੇ ਬੰਦੇ ਨੂੰ ਹਮੇਸ਼ਾ ਹੀ ਇਹ ਲੱਗਦਾ ਕਿ ਗੱਲ ਮੇਰੇ ਬਾਰੇ ਹੋਈ ਆ, ਖਾਸ ਕਰਕੇ ਉਸ ਬੰਦੇ ਨੂੰ ਜਿਹਨੂੰ ਸਮਝ ਹੀ ਨਹੀਂ ਆਈ। ਸੋ ਇਹ ਕੁਝ ਗੱਲਾਂ ਇਹ ਜਿਹੀਆਂ ਨੇ ਜਿਹੜੀਆਂ ਆਪਾਂ ਨੂੰ ਆਪਦੇ ਜ਼ਹਿਨ ਦੇ ਵਿੱਚ ਵਸਾ ਕੇ, ਇਹ ਸਾਡੀ ਨੋਰਮਲ ਰੂਟੀਨ ਦਾ, ਸਾਡੀ ਟੇਬਲ ਟ੍ਰੇਨਿੰਗ ਜਿਹੜੀਆਂ ਹੁੰਦੀਆਂ ਨਾ, ਬਚਪਨ ਤੋਂ ਆਪਾਂ ਚੀਜ਼ਾਂ ਸਿੱਖਦੇ ਹਾਂ, ਚੰਗੇ ਸਕੂਲਾਂ ਦੇ, ਚੰਗੇ ਫੈਮਲੀਜ਼ ਦੇ ਤੁਸੀਂ ਬੱਚੇ ਹੋ, ਤਾਂ ਉਹ ਚੀਜ਼ਾਂ ਆਪਾਂ ਧਿਆਨ ਦੇ ਵਿੱਚ ਵਸਾ ਕੇ ਜਾਣੀਆਂ ਨੇ ਕਿ ਸਾਡੇ ਜਿਹੜੇ ਐਟੀਕੇਟਸ, ਸਾਡੀ ਜਿਹੜੀਆਂ ਡੀਲਿੰਗਸ ਹੋਣੀਆਂ ਚਾਹੀਦੀਆਂ ਨੇ ਉਹ ਬੜੀਆਂ ਹੀ ਪੜ੍ਹੇ ਲਿਖੇ ਬੱਚਿਆਂ ਵਾਲੀਆਂ, ਬੜੇ ਹੀ ਜੈਨੂਅਨ ਬੱਚਿਆਂ ਵਾਲੀਆਂ ਹੋਣੀਆਂ ਚਾਹੀਦੀਆਂ ਨੇ, ਤਾਂ ਜੋ ਜਿਹੜੇ ਲੋਕਾਂ ਦਾ ਤੁਹਾਡੇ ਪੈਸੇ ਨਾਲ ਕੋਈ ਸੰਬੰਧ ਨਹੀਂ, ਤੁਹਾਡੇ ਟੀਚਰ ਦਾ ਤੁਹਾਡੇ ਪੈਸੇ ਨਾਲ ਕੋਈ ਸੰਬੰਧ ਨਹੀਂ, CBSE ਦਾ ਤੁਹਾਡੇ ਪੈਸੇ ਨਾਲ ਕੋਈ ਸੰਬੰਧ ਨਹੀਂ, ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਵੀ ਅਸੀਂ ਇੰਨਾ ਰੈਵਨਿਊ ਜਨਰੇਟ ਕਰਕੇ ਦਿੱਤਾ ਗਵਰਨਮੈਂਟ ਨੂੰ ਤਾਂ ਉਹਨਾਂ ਨੂੰ ਤਨਖਾਹਾਂ ਮਿਲ ਰਹੀਆਂ। ਉਹਨਾਂ ਨੂੰ ਪਤਾ ਹੈਗਾ, ਉਹ ਤਾਂ ਕਹਿੰਦੇ ਸਾਨੂੰ ਤਾਂ ਮਿਲਦੀਆਂ ਰਹਿਣੀਆਂ, ਪਹਿਲਾਂ ਵੀ ਮਿਲਦੀਆਂ ਸੀਗੀਆਂ, ਉਹ ਤਾਂ ਤਨਖਾਹ 'ਤੇ ਕੰਮ ਕਰਦੇ ਨੇ, ਅਤੇ ਉਹਨਾਂ ਦਾ ਸੰਬੰਧ ਤੁਹਾਡੇ ਨਾਲ ਜ਼ਿਆਦਾ। 8-8 ਘੰਟੇ ਤੁਸੀਂ ਉਹਨਾਂ ਦੀ ਕਲਾਸ ਦੇ ਵਿੱਚ ਬੈਠਣਾ, ਉਸ ਤੋਂ ਬਾਅਦ ਅਸੀਂ IRCC ਮੂਹਰੇ ਪੇਸ਼ ਹੋ ਕੇ ਅਸੀਂ ਆਪਦੇ ਵਰਕ ਪਰਮਿਟਸ ਕਢਾਉਣੇ ਨੇ, ਪਰਮਾਨੈਂਟ ਰੈਜ਼ੀਡੈਂਸੀਜ਼ ਲੈਣੀਆਂ ਨੇ, CBSE ਨੂੰ ਅਸੀਂ ਡੀਲ ਕਰਕੇ ਕੈਨੇਡਾ ਦੇ ਬਾਰਡਰ ਕ੍ਰੋਸ ਕਰਨੇ ਨੇ। ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਸਮਝਣੀਆਂ ਪੈਣਗੀਆਂ ਕਿ ਇਹ ਨਾ ਹੋਵੇ ਕਿ ਦੇਖੋ ਮਾੜਾ ਹੁੰਦਾ ਤਾਂ 2-4 ਬੰਦਿਆਂ ਨਾਲ ਹੀ ਆ। ਹੁਣ ਜਿਹੜੇ ਉਹ 4 ਵਿਚਾਰੇ ਸਟੂਡੈਂਟ ਜਿਹੜੇ 17 ਫੇਲ ਹੋ ਗਏ, ਹੋ ਸਕਦਾ ਉਹ ਆਪਦੇ ਕਾਰਨਾਂ ਕਰਕੇ ਵੀ ਫੇਲ ਹੋਏ ਹੋਣ, ਪਰ ਸਟੂਡੈਂਟ ਉਹਨਾਂ ਨੇ ਇਹ ਗੱਲ ਕਹੀ ਕਿ ਸਾਡੇ ਨਾਲ ਬਿਹੇਵ ਨਹੀਂ ਠੀਕ ਹੋਇਆ। ਕਿਉਂ ਬਿਹੇਵ ਨਹੀਂ ਠੀਕ ਹੋਇਆ ਸਾਨੂੰ ਇਹ ਵੀ ਸਮਝਣਾ ਪਊਗਾ ਨਾ ਯਾਰ। ਜੇ ਕਾਲਜ ਦਾ ਕੋਰਸ ਕਾਲਜ ਚੱਲ ਰਿਹਾ ਤੁਹਾਡੇ ਕਰਕੇ ਚੱਲ ਰਿਹਾ, ਇੱਕ ਪੂਰੀ ਕਲਾਸ ਦੇ ਵਿੱਚ ਤੁਸੀਂ ਇੰਨੀ ਫੀ ਦੇ ਕੇ ਪੜ੍ਹੇ ਹੋ ਉੱਥੇ, ਪਰ ਆਪਾਂ ਨੂੰ ਇਹ ਚੀਜ਼ ਸਮਝਣੀ ਪਊਗੀ। ਇਹ ਛੋਟੀਆਂ ਛੋਟੀਆਂ ਗੱਲਾਂ ਹੀ ਹੁੰਦੀਆਂ ਜਿਹੜੀਆਂ ਧਿਆਨ ਰੱਖਣ ਯੋਗ ਹੁੰਦੀਆਂ ਨੇ, ਆਪਾਂ ਉਹਨਾਂ ਨੂੰ ਇਗਨੋਰ ਕਰ ਬੈਠਦੇ ਹਾਂ। ਕਿਉਂਕਿ ਕਿਤੇ ਨਾ ਕਿਤੇ ਆਪਾਂ ਇੰਟਰਨੈਸ਼ਨਲ ਸਟੂਡੈਂਟ ਹਾਂ, ਸਾਨੂੰ ਇੰਟਰਨੈਸ਼ਨਲ ਸਟੂਡੈਂਟ ਕਿਹਾ ਜਾਂਦਾ। ਕਿਉਂ ਕਿਹਾ ਜਾਂਦਾ? ਕਿਉਂਕਿ ਅਸੀਂ ਉੱਥੇ ਸਿਰਫ ਪੜ੍ਹਨ ਗਏ ਹਾਂ, ਸਾਡਾ ਉਸ ਮੁਲਕ ਨਾਲ ਸਿਰਫ ਇੰਨਾ ਕੁ ਰਿਲੇਸ਼ਨ ਆ, ਇੰਨਾ ਕੁ ਹਾਲੇ ਸਾਡਾ ਰਿਸ਼ਤਾ ਆ ਕਿ ਅਸੀਂ ਉੱਥੋਂ ਦੇ, ਸਾਨੂੰ ਉੱਥੇ ਪੜ੍ਹਨ ਦਾ ਪਰਮਿਟ ਮਿਲਿਆ, ਪਾਰਟ ਟਾਈਮ ਕੰਮ ਕਰਨ ਦਾ ਪਰਮਿਟ ਮਿਲਿਆ। ਫਿਰ ਤੁਸੀਂ ਪੱਕੇ ਹੋ ਜਾਓਗੇ, ਪੱਕੇ ਹੋਣ ਤੋਂ ਬਾਅਦ ਤੁਸੀਂ ਉੱਥੋਂ ਦੇ ਪੱਕੇ ਵਸਨੀਕ ਬਣ ਜਾਓਗੇ, ਤੁਹਾਡੇ ਰਾਈਟਸ ਵੱਧ ਜਾਣਗੇ, ਤੁਸੀਂ ਸਿਟੀਜ਼ਨ ਹੋ ਜਾਓਗੇ, ਤੁਸੀਂ ਉੱਥੋਂ ਦੇ ਨਾਗਰਿਕਤਾ ਹਾਸਲ ਕਰ ਲਓਗੇ, ਤੁਹਾਡੇ ਹੋਰ ਵੀ ਰਾਈਟਸ ਵੱਧ ਜਾਣਗੇ। ਪਰ ਉਦੋਂ ਤੱਕ ਤੁਹਾਨੂੰ ਪਤਾ ਵੀ ਲੱਗ ਜਾਊਗਾ ਵੀ ਹਾਂ ਜੋ ਚੀਜ਼ਾਂ ਅਸੀਂ ਜੇ ਕਿਸੇ ਟਾਈਮ ਅਸੀਂ ਗਲਤ ਕੀਤੀਆਂ ਨੇ ਤਾਂ ਉਹ ਗਲਤ ਹੀ ਨੇ, ਕਿਉਂਕਿ ਬੜਾ ਹੀ ਸ਼ਾਂਤ ਅਤੇ ਸੋਹਣਾ ਸੁਚੱਜਾ ਮੁਲਕ ਆ, ਬੜਾ ਹੀ ਡਿਸਿਪਲਿਨਡ ਮੁਲਕ ਆ। ਆਪਾਂ ਉਹਨੂੰ ਖਰਾਬ ਕਰਨ ਦੇ ਵਿੱਚ ਆਪਦਾ ਮਾਈਨਰ ਜਿਹਾ ਯੋਗਦਾਨ ਵੀ ਨਹੀਂ ਪਾਉਣਾ। ਇਸ ਚੀਜ਼ ਨੂੰ ਆਪਾਂ ਆਪਦੇ ਵੱਡੇ ਭਰਾ ਦੀ ਬੇਨਤੀ ਮੰਨ ਕੇ ਆਪਾਂ ਆਪਦੇ ਲੜ ਬੰਨ੍ਹਣੀ ਆ। ਇਹ ਗੱਲ ਇੰਨਾ ਕਹਿੰਦਾ ਹੋਇਆ ਮੈਂ ਖਿਮਾ ਦਾ ਜਾਚਕ ਹਾਂ ਜੀ। ਲਾਸਟ ਦੇ ਵਿੱਚ ਫਿਰ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਆਉਂਦੇ 10 ਤਰੀਕ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ ਦੁਪਹਿਰ ਦੇ 1 ਵਜੇ ਤੱਕ ਮੋਗਾ ਆਫਿਸ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਣ ਲਈ ਤੁਹਾਨੂੰ ਮਿਲੂੰਗਾ। ਸਤਿ ਸ਼੍ਰੀ ਅਕਾਲ।